ਸ੍ਰੀ ਨਾਨਕ ਪਦ ਪੰਕਜ ਬੰਦਨ ਪਗ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਹਰ ਗੋਬਿੰਦ ਸੁਖ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਨੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਆਇਆ ਤਾਕਾ ਸਬਦ ਹੈ ਪਰ ਉਪਕਾਰੀ ਹੋਏ ਦੁਖ ਸਹਿ ਸਿਰ ਆਪਣੇ ਸੁਖਦਾਈ ਸਭ ਕੋਏ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਅਹਦੀ ਚੜ ਕਰ ਖਾਟ ਪਰ ਸਭ ਸਮਾਜ ਧਰ ਪਾਸ ਨਿਕਸੇ ਪੁਰਤੇ ਨਰਨ ਸਿਰ ਉਰਦ ਉਠਾਏ ਸਤਾਸ ਅਹਦੀ ਚੜ ਕਰ ਖਾਟ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਨਗਰ ਕਾਲੇਕੇ ਵਿਖੇ ਸ਼ਾਮਾਂ ਦੇ ਦੀਵਾਨ ਦੇ ਵਿੱਚ ਹਾਜ਼ਰੀ ਭਰ ਰਹੇ ਸਾਧ ਸਾਧ ਸੰਗਤ ਜੀਓ ਸਭ ਦੇ ਵੱਡੇ ਭਾਗ ਹਨ ਜੋ ਇਸ ਸਮੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸੋ ਕੱਲ ਦੇ ਦੀਵਾਨਾਂ ਦੇ ਵਿੱਚ ਆਪ ਸਾਰੀ ਸੰਗਤ ਨੇ ਬੜੇ ਪ੍ਰੇਮ ਨਾਲ ਸਰਵਣ ਕੀਤਾ ਹੈ ਕਿ ਜੋ ਕਸ਼ਮੀਰ ਤੋਂ ਪੰਡਤ ਚੱਲ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਸ ਅਨੰਦਪੁਰ ਸਾਹਿਬ ਵਿਖੇ ਆਏ ਸਨ ਉਹਨਾਂ ਨੇ ਆਪਣਾ ਸਾਰਾ ਹਾਲ ਸੁਣਾਇਆ ਹੈ ਕਿ ਕਸ਼ਮੀਰ ਵਿੱਚ ਕੀ ਹੋ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਵਿਚਾਰ ਕੀਤੀ ਹੈ। ਫਿਰ ਉਹਨਾਂ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਕਿਹਾ ਹੈ ਕਿ ਤੁਸੀਂ ਹੁਣ ਜੋ ਸਿਆਣੇ ਵਿਦਵਾਨ ਪੰਡਤ ਹੋ ਬ੍ਰਾਹਮਣ ਹੋ ਉਹਨਾਂ ਨੂੰ ਇਕੱਠਿਆਂ ਕਰਨਾ ਕਰੋ
ਤੇ ਸਾਰੇ ਇਕੱਠੇ ਹੋ ਕਰਕੇ ਦਿੱਲੀ ਔਰੰਗਜ਼ੇਬ ਦੇ ਕੋਲ ਜਾਓ। ਜਾ ਕਰਕੇ ਉਹਨਾਂ ਨੂੰ ਕਹੋ ਕਿ ਜਿਹੜੇ ਛਤਰੀ ਧਰਮ ਹੈ, ਇਹ ਛਤਰੀ ਜਿੰਨੇ ਵੀ ਹਨ ਉਹ ਸਾਡੇ ਪੂਜਨੀਕ ਹਨ। ਅਸੀਂ ਉਹਨਾਂ ਦਾ ਦਿੱਤਾ ਹੋਇਆ ਦਾਨ ਵਰਤਦੇ ਹਾਂ, ਗੁਜ਼ਾਰਾ ਸਾਡਾ ਉਹਨਾਂ ਦੇ ਦਿੱਤੇ ਹੋਏ ਦਾਨ ਦੇ ਨਾਲ ਚੱਲਦਾ ਹੈ। ਫਿਰ ਉਹਨਾਂ ਦੇ ਵਿੱਚ ਤੁਸੀਂ ਸਾਡਾ ਨਾਮ ਲੈਣਾ ਕਰੋ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਹਨਾਂ ਦੇ ਵਿੱਚੋਂ ਸਿਰਮੌਰ ਹਨ। ਜੇਕਰ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਆਪਣੇ ਕੋਲ ਬੁਲਾ ਕਰਕੇ ਤੇ ਆਪਣਾ ਸਾਰਾ ਜੋ ਵੀ ਤੁਹਾਡਾ ਮਨੋਰਥ ਹੈ, ਜੋ ਵੀ ਤੁਸੀਂ ਚਾਹੁੰਦੇ ਹੋ, ਉਹਨਾਂ ਨੂੰ ਦੱਸ ਕਰਕੇ ਤੇ ਆਪਣੇ ਧਰਮ ਦੇ ਵਿੱਚ ਲੈ ਆਉਂਦੇ ਹੋ, ਤਾਂ ਫਿਰ ਅਸੀਂ ਵੀ ਸਾਰੇ ਜਿੰਨੇ ਵੀ ਬ੍ਰਾਹਮਣ ਹਾਂ ਅਸੀਂ ਵੀ ਤੁਰਕ ਬਣ ਜਾਵਾਂਗੇ। ਜਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੁਹਾਡੀ ਸਾਰੀ ਗੱਲ ਸੁਣ ਕਰਕੇ ਤੇ ਜਿਸ ਵੀ ਰਸਤੇ ਤੇ ਚੱਲਣਗੇ, ਅਸੀਂ ਸਾਰੇ ਹਿੰਦੂ ਧਰਮ ਦੇ ਲੋਕ ਉਹਨਾਂ ਦੇ ਪਿੱਛੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਕਰਾਂਗੇ। ਇਹਨਾਂ ਬ੍ਰਾਹਮਣਾਂ ਨੇ ਜਾ ਕੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਸਾਰੀ ਹੀ ਗੱਲ ਦੱਸੀ ਹੈ ਤੇ ਸਾਰਿਆਂ ਨੇ ਔਰੰਗਜ਼ੇਬ ਦੇ ਸਹਿਤ ਜਿੰਨੇ ਵੀ ਉੱਥੇ ਮਲਾਨੇ ਸਨ, ਵਜ਼ੀਰ ਸਨ, ਇਸ ਗੱਲ ਨੂੰ ਬੜਾ ਸਲਾਹਿਆ ਹੈ ਕਿ ਇਹ ਤਾਂ ਬੜੀ ਚੰਗੀ ਗੱਲ ਹੈ। ਜੇ ਇੱਕ ਦੇ ਕੀਤਿਆਂ ਹੋਇਆ ਸਾਡਾ ਕਾਰਜ ਸਾਰਾ ਸਿੱਧ ਹੋ ਜਾਵੇ ਤਾਂ ਫਿਰ ਇੰਨਾ ਵੱਡਾ ਹੋਰ ਯਤਨ ਕਰਨ ਦੀ ਕੀ ਲੋੜ ਹੈ। ਸੋ ਅੱਗੇ ਸਲਾਹ ਕਰਕੇ ਤੇ ਔਰੰਗਜ਼ੇਬ ਆਪਣੇ ਦੋ ਅਹਿਦੀਏ ਜਿਨ੍ਹਾਂ ਨੂੰ ਦੂਤ ਕਹਿੰਦੇ ਹਨ, ਜੋ ਇੱਕ ਰਾਜ ਤੋਂ ਦੂਸਰੇ ਰਾਜ ਦੇ ਵਿੱਚ ਸੱਦਾ ਪੱਤਰ ਲੈ ਕੇ ਜਾਂਦੇ ਹਨ, ਉਹਨਾਂ ਨੂੰ ਭੇਜੇਗਾ। ਉਹ ਜਿਸ ਤਰ੍ਹਾਂ ਵੀ ਅੱਗੇ ਕਥਾ ਆਵੇਗੀ ਆਪ ਸਾਰੀ ਸੰਗਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੋ। ਸਾਰੀ ਹੀ ਸੰਗਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਬੜੀ ਨਿਮਰਤਾ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਬੋਲਣਾ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਐਦੀ ਚੜ੍ਹ ਕਰ ਖਾਟ ਪਰ। ਜਿਹੜੇ ਅਹਿਦੀਏ ਭਾਵ ਦੂਤ ਹਨ ਉਹ ਖਾਟ ਦੇ ਉੱਤੇ ਮੰਜੇ ਦੇ ਉੱਤੇ ਚੜ੍ਹ ਕਰਕੇ ਸਭ ਸਮਾਜ ਧਰ ਪਾਸ ਤੇ ਆਪਣਾ ਲੋੜੀਂਦਾ ਜਿੰਨਾ ਵੀ ਉਹਨਾਂ ਨੂੰ ਸਾਜੋ ਸਮਾਨ ਚਾਹੀਦਾ ਹੈ ਉਹ ਵੀ ਨਾਲ ਲੈ ਕਰਕੇ ਨਿਕਸੇ ਪੁਰ ਤੇ ਨਰਨ ਸਿਰ। ਜਿਹੜਾ ਦਿੱਲੀ ਨਗਰ ਹੈ ਉੱਥੋਂ ਇਹ ਮਨੁੱਖਾਂ ਦੇ ਸਿਰਾਂ ਤੇ ਭਾਗ ਕੇ ਜਿਹੜਾ ਇਹਨਾਂ ਦੀ ਮੰਜੀ ਹੈ ਨਾ ਜਿੱਥੇ ਇਹ ਬੈਠਦੇ ਹਨ, ਉਹ ਦੂਸਰੇ ਮਨੁੱਖ ਆਪਣੇ ਸਿਰ ਦੇ ਉੱਤੇ ਚੁੱਕ ਕਰਕੇ ਇਹਨਾਂ ਨੂੰ ਲੈ ਕੇ ਜਾਂਦੇ ਹਨ ਜਿੱਥੇ ਵੀ ਜਾਣਾ ਹੁੰਦਾ ਹੈ। ਇਹ ਦੂਸਰੇ ਮਨੁੱਖਾਂ ਦੇ ਸਿਰਾਂ ਦੇ ਉੱਤੇ ਮੰਜੀ ਰਖਾ ਕਰਕੇ ਮੰਜੀ ਦੇ ਉੱਤੇ ਬੈਠ ਕਰਕੇ ਦਿੱਲੀ ਨਗਰ ਤੋਂ ਬਾਹਰ ਨਿਕਲੇ ਹਨ। ਉਰਤ ਉਠਾਏ ਸਤਾਸ। ਤੇ ਜਿਹੜੇ ਮੰਜੀ ਚੁੱਕਣ ਵਾਲੇ ਮਨੁੱਖ ਹਨ ਉਹਨਾਂ ਨੇ ਮੰਜੀ ਨੂੰ ਆਪਣੇ ਸਿਰਾਂ ਦੇ ਉੱਪਰ ਚੁੱਕਿਆ ਹੋਇਆ ਹੈ। ਚੌਪਈ ਆਗੇ ਗ੍ਰਾਮ ਗਮਨ ਤੇ ਆਵੇ। ਜਦੋਂ ਇਹਨਾਂ ਦੇ ਚੱਲਦਿਆਂ ਹੋਇਆ ਅੱਗੇ ਦੂਸਰਾ ਕੋਈ ਨਗਰ ਆਉਂਦਾ ਹੈ, ਪਾਛਲ ਨਰ ਤਿਨ ਖਾਟ ਟਿਕਾਵੇ। ਤੇ ਜਿਹੜੇ ਪਿਛਲੇ ਨਗਰ ਤੋਂ ਚੱਲੇ ਹੋਏ ਮਨੁੱਖ ਹਨ ਜਿਨ੍ਹਾਂ ਨੇ ਇਹਨਾਂ ਦੀ ਮੰਜੀ ਨੂੰ ਚੁੱਕਿਆ ਹੁੰਦਾ ਹੈ, ਉਹ ਅਗਲੇ ਨਗਰ ਦੇ ਵਿੱਚ ਜਦੋਂ ਜਾਂਦੇ ਹਨ ਤੇ ਇਹਨਾਂ ਦੀ ਮੰਜੀ ਰੱਖਦੇ ਹਨ। ਤਹਤੇ ਨਏ ਵਿਕਾਸ ਵਿਕਾਰੀ। ਫਿਰ ਅਗਲੇ ਨਗਰ ਦੇ ਵਿੱਚੋਂ ਨਵੇਂ ਵਿਗਾਰੀ ਜਿਹੜੇ ਮੰਜੀ ਚੁੱਕਣ ਵਾਲੇ ਮਜ਼ਦੂਰ ਲਾ ਲਓ ਉਹਨਾਂ ਨੂੰ ਲੈਂਦੇ ਹਨ। ਆਏ ਉਠਾਵਹਿ ਲੈ ਸਿਰ ਧਾਰੀ। ਉਹ ਫਿਰ ਨਵੇਂ ਬੰਦੇ ਅੱਗੇ ਨਗਰ ਤੋਂ ਆਣ ਕਰਕੇ ਤੇ ਇਹਨਾਂ ਅਹਿਦੀਆਂ ਦੀ ਜਿਹੜੀ ਮੰਜੀ ਹੈ ਆਪਣੇ ਸਿਰ ਦੇ ਉੱਪਰ ਚੁੱਕ ਲੈਂਦੇ ਹਨ। ਬੈਠ ਮੰਚ ਪਰ ਪੰਥ ਧਿਆਨ ਹੈ। ਇਸ ਤਰੀਕੇ ਨਾਲ
ਮੰਚ ਜੋ ਮੰਜੀ ਹੈ ਉਸ ਦੇ ਉੱਤੇ ਬੈਠ ਕਰਕੇ ਰਸਤੇ ਦੇ ਉੱਪਰ ਜਾ ਰਹੇ ਹਨ। ਸਰਬ ਪ੍ਰਜਾ ਕਰ ਹੁਕਮ ਬਖਾਨ ਹੈ। ਇਹ ਐਦੀਏ ਜੋ ਹਨ ਇਹ ਸਾਰੀ ਪ੍ਰਜਾ ਦੇ ਉੱਤੇ ਆਪਣਾ ਹੁਕਮ ਚਲਾਉਂਦੇ ਹਨ। ਲੇਤ ਸਬਨ ਤੇ ਕ੍ਰਿਤ ਨਿਸ਼ਟਾਨ, ਤੇ ਆਪਣਾ ਹੁਕਮ ਚਲਾ ਕਰਕੇ ਸਾਰੇ ਲੋਕਾਂ ਦੇ ਕੋਲੋਂ ਘ੍ਰਿਤ ਘਿਓ ਤੇ ਮਿੱਠਾ ਆਦਿਕ ਵਸਤੂਆਂ ਜੋ ਵੀ ਇਹਨਾਂ ਨੂੰ ਚਾਹੀਦੀ ਹੈ ਉਹ ਲੈਂਦੇ ਹਨ। ਆਮਿਖ ਸੋ ਆਹਾਰ ਕਰ ਖਾਨ, ਇਹ ਮਾਸ ਦੇ ਨਾਲ ਬਣਿਆ ਹੋਇਆ ਜੋ ਭੋਜਨ ਹੈ ਖਾਂਦੇ ਹਨ। ਸਨੇ ਸਨੇ ਮਾਰਗ ਮਹਿ ਚੱਲ ਹੈ। ਸਹਿਜੇ ਸਹਿਜੇ ਰਸਤੇ ਦੇ ਉੱਪਰ ਦਿੱਲੀ ਤੋਂ ਆਨੰਦਪੁਰ ਨੂੰ ਜਾ ਰਹੇ ਹਨ। ਨਿਤ ਆਨੰਦਪੁਰ ਨਾਮ ਸੰਭਾਲ ਹੈ। ਫਿਰ ਨਿਤ ਆਨੰਦਪੁਰ ਨਾਮ ਸੰਭਾਲੈ, ਸਦਾ ਹੀ ਆਨੰਦਪੁਰ ਸਾਹਿਬ ਦਾ ਨਾਮ ਜੋ ਹੈ ਉਹ ਯਾਦ ਕਰਦੇ ਰਹਿੰਦੇ ਹਨ। ਚਲਤ ਚਲਤ ਕੇਤਕ ਦਿਨ ਮਾਹੀ, ਚੱਲਦਿਆਂ ਹੋਇਆ ਦਿੱਲੀ ਤੋਂ ਕਿੰਨੇ ਕੁ ਦਿਨਾਂ ਦੇ ਵਿੱਚ ਨਰਨ ਸੀਸ ਪਰ ਉਠੇ ਸੋ ਜਾਹੀ। ਜੋ ਮਨੁੱਖਾਂ ਨੇ ਇਹਨਾਂ ਦੀ ਮੰਜੀ ਆਪਣੇ ਸਿਰ ਦੇ ਉੱਪਰ ਚੁੱਕੀ ਹੁੰਦੀ ਹੈ ਉਹਨਾਂ ਦੇ ਮੰਜੀ ਚੁੱਕਿਆ ਹੋਇਆ ਕਿੰਨੇ ਕੁ ਦਿਨਾਂ ਚੱਲਦਿਆਂ ਹੋਇਆ ਸਤਦਰਵ ਤੀਰ ਪਹੁੰਚੇ ਆਏ। ਜਾ ਕਰਕੇ ਜੋ ਸਤਲੁਜ ਨਦੀ ਹੈ ਉਸ ਦੇ ਕੰਢੇ ਪਹੁੰਚੇ ਹਨ। ਕਰਤ ਹੁਕਮ ਕੋ ਗਮਨਤ ਜਾਏ, ਫਿਰ ਆਪਣਾ ਹੁਕਮ ਕਰਦਿਆਂ ਹੋਇਆ ਸਾਰੇ ਲੋਕਾਂ ਦੇ ਉੱਤੇ ਇਹ ਅੱਗੇ ਤੋਂ ਅੱਗੇ ਰਸਤਾ ਤੈਅ ਕਰਦੇ ਜਾਂਦੇ ਹਨ। ਆਏ ਆਨੰਦਪੁਰ ਕੀਨਸ ਡੇਰਾ, ਆਨੰਦਪੁਰ ਸਾਹਿਬ ਆਣ ਕਰਕੇ ਇਹਨਾਂ ਅਹਿਦੀਆਂ ਨੇ ਆਪਣਾ ਡੇਰਾ ਕੀਤਾ ਹੈ। ਚੜੇ ਮੰਚ ਬੈਠੇ ਤਿਸ ਬੇਰਾ, ਤੇ ਉੱਥੇ ਡੇਰਾ ਲਗਾ ਕੇ ਵੀ ਇਹ ਮੰਜੇ ਦੇ ਉੱਪਰ ਹੀ ਬੈਠੇ ਹਨ। ਖਾਨ ਪਾਨ ਕਰ ਨਿਸਬ ਤਾਈ, ਇਹਨਾਂ ਅਹਿਦੀਆਂ ਨੇ ਆਨੰਦਪੁਰ ਸਾਹਿਬ ਵਿੱਚ ਪਹੁੰਚ ਕਰਕੇ ਤੇ ਭੋਜਨ ਪ੍ਰਸ਼ਾਦਾ ਛਕ ਕਰਕੇ ਰਾਤ ਜਿਹੜੀ ਹੈ ਉਹ ਬਤੀਤ ਕੀਤੀ ਹੈ। ਜਾਗੇ ਪੁੰਨ ਪ੍ਰਭਾਤ ਹੋਏ ਆਈ, ਜਦੋਂ ਪ੍ਰਭਾਤ ਦਾ ਸਮਾਂ ਹੋਇਆ ਹੈ ਸਵੇਰ ਹੋਈ ਹੈ ਤਾਂ ਇਹ ਜਾਗੇ ਹਨ ਉੱਠੇ ਹਨ। ਬੈਠਣ ਸਭਾ ਸਮਾ ਸੁਣ ਕਰਕੇ, ਗੁਰੂ ਜੀ ਦਾ ਸਭਾ ਦੇ ਵਿੱਚ ਬੈਠਣ ਦਾ ਕੀ ਸਮਾਂ ਹੈ ਉਸ ਸਮੇਂ ਨੂੰ ਸੁਣ ਕੇ ਕਿ ਜਿਸ ਸਮੇਂ ਮਹਾਰਾਜ ਦਰਬਾਰ ਲਗਾ ਕਰਕੇ ਬੈਠਦੇ ਹਨ। ਗੁਰ ਸੋ ਮਿਲਣ ਲਾਲਸਾ ਧਰ ਕੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਮਿਲਣ ਦੀ ਮਨ ਦੇ ਵਿੱਚ ਇਹਨਾਂ ਨੇ ਇੱਛਾ ਨੂੰ ਧਾਰਨ ਕਰਕੇ ਭਏ ਤਿਆਰ ਅਹਦੀ ਤਬ ਦਾਨ, ਇਹ ਦੋਨੋਂ ਹੀ ਅਹਿਦੀਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਮਿਲਣ ਦੀ ਇੱਛਾ ਦੇ ਨਾਲ ਸਵੇਰੇ ਉੱਠ ਕਰਕੇ ਤਿਆਰ ਹੋਏ ਹਨ। ਥਿਰਤਾ ਸਿੰਘ ਪੌਰ ਗਹਤਾਨ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਦਰਵਾਜ਼ੇ ਦੇ ਉੱਤੇ ਸਿੱਖ ਖਲੋਤਾ ਹੋਇਆ ਸੀ ਪਹਿਰੇਦਾਰ, ਉਸ ਨੂੰ ਜਾ ਕਰਕੇ ਮਿਲੇ ਹਨ। ਸੁਧ ਸਤਿਗੁਰ ਕੇ ਨਿਕਟ ਪਠਾਏ, ਇਹਨਾਂ ਨੇ ਉਸ ਸਿੱਖ ਨੂੰ ਕਹਿ ਕਰਕੇ ਆਪਣੇ ਆਇਆ ਹੋਇਆਂ ਦੀ ਖਬਰ ਸਤਿਗੁਰੂ ਮਹਾਰਾਜ ਜੀ ਦੇ ਕੋਲ ਭੇਜੀ ਹੈ। ਸ਼ਾਹ ਹੁਕਮ ਤੇ ਹਮ ਚੱਲ ਆਏ, ਕਹਿਣ ਲੱਗੇ ਅਸੀਂ ਔਰੰਗਜ਼ੇਬ ਦੇ ਹੁਕਮ ਨੂੰ ਪਾ ਕਰਕੇ ਇੱਥੇ ਆਪ ਜੀ ਦੇ ਪਾਸ ਆਏ ਹਾਂ। ਗੁਰੂ ਹਕਾਰਨ ਦਿੱਲੀਪੁਰ ਮੈਂ, ਤੇ ਔਰੰਗਜ਼ੇਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਦਿੱਲੀ ਬੁਲਾ ਰਿਹਾ ਹੈ। ਦਿੱਲੀ ਪਤ ਚਾਹਤ ਪਾ ਉਰ ਮੈਂ, ਦਿੱਲੀ ਪਤ ਜੋ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਦਿੱਲੀ ਬੁਲਾਉਣਾ ਚਾਹੁੰਦਾ ਹੈ। ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਹੈ ਉਸਨੇ। ਇਸ ਕਾਰਜ ਕੋ ਹਮ ਚੱਲ ਆਏ, ਇਸ ਕਾਰਜ ਦੇ ਵਾਸਤੇ ਅਸੀਂ ਚੱਲ ਕਰਕੇ ਆਪ ਜੀ ਦੇ ਪਾਸ ਆਏ ਹਾਂ। ਮਿਲਿਓ ਚਾਹੇ ਤਿਨ ਦਰਸ਼ਨ ਪਾਏ, ਫਿਰ ਮਿਲਿਓ ਚਾਹੇ ਬਾਦਸ਼ਾਹ ਔਰੰਗਜ਼ੇਬ ਮਿਲਣਾ ਚਾਹੁੰਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਪਾ ਕਰਕੇ। ਸੁਨਤ ਪਾਸ ਗੁਰਦਾਸ ਪਿਆਨਾ, ਇਹਨਾਂ ਅਹਿਦੀਆਂ ਦੀ ਸਾਰੀ ਗੱਲ ਸੁਣ ਕਰਕੇ
ਜੋ ਬਾਬਾ ਗੁਰਦਾਸ ਜੀ ਹਨ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਸ ਗਏ ਹਨ। ਸਭ ਪ੍ਰਸੰਗ ਇਹ ਦੀਨ ਬਖਾਨਾ, ਇਹਨਾਂ ਅਹਿਦਿਆਂ ਦੀ ਕਹੀ ਹੋਈ ਸਾਰੀ ਗੱਲ, ਸਾਰਾ ਹੀ ਪ੍ਰਸੰਗ ਗੁਰੂ ਮਹਾਰਾਜ ਜੀ ਨੂੰ ਜਾ ਕਰਕੇ ਉਸਨੇ ਦੱਸਿਆ ਹੈ। ਥਿਰੇ ਪਾਰ ਦੁਐ ਸ਼ਾਹੇ ਪਠਾਏ, ਉਸ ਸਿੱਖ ਨੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਹੈ ਕਿ ਥਿਰੇ ਪੌਰ ਦਰਵਾਜ਼ੇ ਦੇ ਉੱਤੇ ਆ ਕਰਕੇ ਖਲੋਤੇ ਹਨ ਦੋ ਆਦਮੀ, ਦੋ ਜੋ ਦੂਤ ਹਨ ਔਰੰਗਜ਼ੇਬ ਦੇ ਭੇਜੇ ਹੋਏ। ਕਹੈ ਸੋ ਹਮ ਲੈਬੇ ਗੁਰ ਆਏ, ਉਹ ਆ ਕਰਕੇ ਕਹਿ ਰਹੇ ਹਨ ਕਿ ਅਸੀਂ ਗੁਰੂ ਮਹਾਰਾਜ ਜੀ ਨੂੰ ਲੈਣ ਵਾਸਤੇ ਆਏ ਹਾਂ। ਅੰਤਰਜਾਮੀ ਸ੍ਰੀ ਗੁਰਦੇਵ, ਸ਼੍ਰੋਮਣੀ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜੋ ਅੰਤਰਜਾਮੀ ਸਤਿਗੁਰੂ ਹਨ। ਭੂਤ ਭਵਿੱਖ ਲਖੈ ਸਭ ਭੇਵ, ਜੋ ਭੂਤ ਬੀਤਿਆ ਹੋਇਆ ਸਮਾਂ ਹੈ ਜਾਂ ਭਵਿੱਖ ਜੋ ਆਉਣ ਵਾਲਾ ਸਮਾਂ ਹੈ ਉਹ ਸਾਰਾ ਹੀ ਭੇਦ ਜਾਣਦੇ ਹਨ। ਸਹਿਜ ਸੁਭਾਇਕ ਬਾਤ ਉਚਾਰੇ, ਗੁਰੂ ਮਹਾਰਾਜ ਜੀ ਨੇ ਉਸ ਸਿੱਖ ਦੇ ਕੋਲੋਂ ਇਹਨਾਂ ਦੀ ਬੇਨਤੀ ਸੁਣ ਕਰਕੇ ਸਹਿਜ ਸੁਭਾਏ ਹੀ ਬਚਨ ਕੀਤੇ ਹਨ। ਆਏ ਜਮ ਕੇ ਅਬਹਰ ਬਾਰੇ, ਕਹਿਣ ਲੱਗੇ ਇਹ ਜਮ ਦੇ ਜੋ ਦੂਤ ਭੇਜੇ ਹੋਏ ਆਏ ਹਨ। ਲਖੀ ਜਾਏ ਨੀਕੇ ਇਹ ਬਾਤ, ਕਹਿੰਦੇ ਜਾਣੀ ਜਾਂਦੀ ਹੈ ਕਿ ਇਹ ਚੰਗੀ ਗੱਲ ਹੈ। ਅਵਸਰ ਪੂਰਨ ਕੋ ਬਿਰਤਾਂਤ, ਫਿਰ ਜਿਹੜਾ ਅਵਸਰ ਜੋ ਬ੍ਰਾਹਮਣਾਂ ਦਾ ਧਰਮ ਬਚਾਉਣ ਦਾ ਇਹ ਸ਼ੁਭ ਅਵਸਰ ਹੈ ਉਸ ਨੂੰ ਪੂਰਨ ਕਰਨ ਦਾ ਸਮਾਂ ਆਇਆ ਹੈ। ਸੁਨ ਕੇ ਮਤੀ ਦਾਸ ਤਬ ਕਹਿਓ, ਜਦੋਂ ਐਸੇ ਬਚਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕੀਤੇ ਹਨ ਤੇ ਭਾਈ ਮਤੀ ਦਾਸ ਜੀ ਨੇ ਸੁਣ ਕਰਕੇ ਬੇਨਤੀ ਕੀਤੀ ਹੈ। ਸ੍ਰੀ ਪ੍ਰਭੂ ਕਹਾ ਆਪ ਇਹ ਲਹਿਓ, ਕਹਿਣ ਲੱਗੇ ਹੈ ਸ਼੍ਰੋਮਣੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਹ ਆਪ ਜੀ ਨੇ ਕੀ ਜਾਣਨਾ ਕੀਤਾ ਹੈ। ਗੁਰ ਘਰ ਕੋ ਔਰ ਸ਼ਾਹੋ ਲਖੰਤਾ, ਗੁਰੂ ਘਰ ਨੂੰ ਹਿਰਦੇ ਕਰਕੇ ਸ਼ਾਹ ਔਰੰਗਜ਼ੇਬ ਜਾਣਦਾ ਹੈ। ਰਖ ਹੈ ਅਦਾਇਬ ਨਿਮਰ ਬਨੰਤਾ, ਉਹ ਗੁਰੂ ਘਰ ਦਾ ਬੜਾ ਅਦਾਇਬ ਬਹੁਤ ਜ਼ਿਆਦਾ ਸਤਿਕਾਰ ਰੱਖਦਾ ਹੈ, ਬੜੇ ਨਿਮਰਤਾ ਦੇ ਸਹਿਤ ਹੁੰਦਾ ਹੈ। ਰਾਮ ਰਾਏ ਕੋ ਬਹੁਤ ਧਨ ਦੀਨ, ਉਸਨੇ ਪਹਿਲਾਂ ਬਾਬਾ ਰਾਮ ਰਾਏ ਜੀ ਨੂੰ ਬਹੁਤ ਜ਼ਿਆਦਾ ਧਨ ਦਿੱਤਾ ਹੈ ਨਿਕਟ ਬਿਠਾਏ ਸੁਭਾਸਨ ਦੀਨ, ਤੇ ਆਪਣੇ ਕੋਲ ਬਿਠਾਇਆ ਹੈ ਬੜਾ ਸ੍ਰੇਸ਼ਟ ਉਹਨਾਂ ਦੇ ਬਹਿਣ ਵਾਸਤੇ ਉਹਨਾਂ ਨੂੰ ਸਿੰਘਾਸਨ ਦਿੱਤਾ ਹੈ। ਅਬ ਲੋ ਬਣੀ ਬਾਤ ਸੁਭ ਤਾਹੀ, ਅਬ ਲੋ ਕਹਿੰਦੇ ਹੁਣ ਤੱਕ ਬਾਦਸ਼ਾਹ ਔਰੰਗਜ਼ੇਬ ਦੀ ਬਾਬਾ ਰਾਮ ਰਾਏ ਜੀ ਦੇ ਨਾਲ ਬਹੁਤ ਚੰਗੀ ਜਿਹੜੀ ਗੱਲ ਬਣੀ ਹੋਈ ਹੈ। ਭਾਉ ਧਰੈ ਤਿਮ ਹੀ ਤੁਮ ਮਾਹੀ, ਤੇ ਉਸੇ ਹੀ ਤਰ੍ਹਾਂ ਤੁਹਾਡੇ ਦੇ ਪ੍ਰਤੀ ਵੀ ਔਰੰਗਜ਼ੇਬ ਬੜੀ ਸ਼ਰਧਾ ਨੂੰ ਧਾਰਨ ਕਰੇਗਾ। ਕਰਹੋ ਸ਼ਾਹੋ ਸੋ ਮੇਲ ਸੁਖਾਰੇ, ਤੇ ਤੁਸੀਂ ਹੁਣ ਜਾ ਕਰਕੇ ਔਰੰਗਜ਼ੇਬ ਦੇ ਨਾਲ ਸੁਖਾਲਾ ਹੀ ਮੇਲ ਕਰਨਾ ਕਰੋ। ਕਹਾਂ ਕਹਿਤ ਹਹੁ ਬਾਕ ਦੁਖਾਰੇ, ਤੇ ਤੁਸੀਂ ਇਹ ਦੁੱਖਾਂ ਨੂੰ ਦੇਣ ਵਾਲੀ ਜਿਹੜਾ ਬਚਨ ਕਿਹਾ ਹੈ ਇਹ ਤੁਸੀਂ ਕੀ ਕਹਿ ਰਹੇ ਹੋ। ਸੁਨ ਸ੍ਰੀ ਤੇਗ ਬਹਾਦਰ ਕਹਿਓ, ਭਾਈ ਮਤੀ ਦਾਸ ਦੀ ਇਹ ਬੇਨਤੀ ਸੁਣ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਚਨ ਕਰਦੇ ਹਨ। ਸੋ ਹੋਏ ਹੈ ਜੋ ਪਰਮੇਸ਼ਰ ਚਾਹਿਓ, ਕਹਿਣ ਲੱਗੇ ਹੈ ਗੁਰਸਿੱਖਾ ਸੋ ਹੋਏ ਹੈ ਉਹੀ ਹੁੰਦਾ ਹੈ ਜੋ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਚਾਹੁੰਦਾ ਹੈ। ਹਮਰੋ ਮੇਲ ਨ ਬਨੈ ਕਦਾਈ, ਕਹਿਣ ਲੱਗੇ ਸਾਡਾ ਤੇ ਔਰੰਗਜ਼ੇਬ ਦਾ ਕਦੇ ਵਾਸਤੇ ਵੀ ਮੇਲ ਨਹੀਂ ਬਣਨਾ ਕਰੇਗਾ। ਕੂਰ ਮਲੇਛ ਸੰਤ ਦੁਖਦਾਈ, ਇਹ ਕੂਰ ਝੂਠਾ ਹੈ, ਮਲੇਸ਼ ਜੋ ਤੁਰਕਾਂ ਦਾ ਰਾਜਾ ਹੈ ਤੇ ਸੰਤ ਦੁਖਦਾਈ ਸੰਤਾਂ ਨੂੰ ਦੁੱਖ ਦੇਣ ਵਾਲਾ ਹੈ। ਇਮ ਕਹਿ ਅਹਦੀ ਨਿਕਟ ਬੁਲਾਏ, ਇਸ ਤਰ੍ਹਾਂ ਕਹਿ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰੰਗਜ਼ੇਬ ਦੇ ਭੇਜੇ ਹੋਏ ਜੋ ਅਹਿਦੀਏ ਸਨ ਉਹਨਾਂ ਨੂੰ ਆਪਣੇ ਪਾਸ ਬੁਲਾਇਆ ਹੈ। ਦੇਖ ਨਿਕੇਤ ਅੰਤਰ ਪ੍ਰਵੇਸ਼ਾਏ, ਉਹਨਾਂ ਨੂੰ ਵੇਖ ਕਰਕੇ ਤੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਰਬਾਰ ਲੱਗਾ ਹੈ ਉੱਥੇ ਉਹਨਾਂ ਨੂੰ ਅੰਦਰ ਬੁਲਾਇਆ ਹੈ। ਸਮੁਖ ਬਦਨ ਗੁਰ ਜਬ ਹੈ ਨਿਹਾਰੇ, ਜਦੋਂ ਉਹਨਾਂ ਅਹਿਦੀਆਂ ਨੇ ਗੁਰੂ
ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਬਿਰਾਜਮਾਨ ਹੋਇਆਂ ਦੇ ਸਾਹਮਣੇ ਜਾ ਕਰਕੇ ਦਰਸ਼ਨ ਕੀਤੇ ਹਨ। ਤਤ ਛਿਨ ਦੁਰਮਤ ਤਿਨ ਨਿਰਵਾਰੇ। ਫਿਰ ਤਤ ਛਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਹੋਇਆ ਹੀ ਉਹਨਾਂ ਦੀ ਜਿਹੜੀ ਖੋਟੀ ਮੱਤ ਸੀ ਉਹ ਨਾਸ ਹੋ ਗਈ ਹੈ। ਸਮ ਸੰਤਨ ਗੁਰ ਸ਼ਾਂਤ ਸੁਭਾਉ। ਫਿਰ ਕਹਿੰਦੇ ਹਨ ਕਿ ਸਮ ਸੰਤਨ ਸੰਤਾਂ ਦੇ ਸਮਾਨ ਹਨ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬੜੇ ਸ਼ਾਂਤ ਸੁਭਾਅ ਵਾਲੇ ਹਨ। ਹਰਖ ਸ਼ੋਕ ਨਹਿ ਲੇਸ਼ ਕਦਾਊ। ਜਿਨ੍ਹਾਂ ਦੇ ਮਨ ਦੇ ਵਿੱਚ ਹਰਖ ਖੁਸ਼ੀ ਤੇ ਸ਼ੋਕ ਗਮ ਭਾਵ ਕਿ ਖੁਸ਼ੀ ਤੇ ਗਮ ਕਦੀ ਲੇਸ ਮਾਤਰ ਵੀ ਜਿਨ੍ਹਾਂ ਦੇ ਮਨ ਵਿੱਚ ਨਹੀਂ ਆਉਂਦਾ ਹੈ। ਨਮਰ ਸੀਸ ਕਰ ਕੀਨ ਸਲਾਮ। ਇਸ ਤਰ੍ਹਾਂ ਸੀਸ ਝੁਕਾ ਕਰਕੇ ਉਹਨਾਂ ਅਹਿਦੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਲਾਮ ਕੀਤੀ ਹੈ, ਨਮਸਕਾਰ ਕੀਤੀ ਹੈ। ਬੈਠੀ ਦੇਖੀ ਸਭਾ ਤਮਾਮ। ਤੇ ਮਹਾਰਾਜ ਜੀ ਦਾ ਦਰਬਾਰ ਲੱਗਾ ਹੋਇਆ ਹੈ, ਸਾਰੀ ਸਭਾ ਬੈਠੀ ਦੇਖੀ ਹੈ। ਨਿਜ ਕਰਤੇ ਦੀਨਸ ਪਰਵਾਨਾ। ਆਪਣੇ ਹੱਥਾਂ ਦੇ ਵਿੱਚ ਜੋ ਪਰਵਾਨਾ ਜੋ ਭੇਜਿਆ ਹੋਇਆ ਪੱਤਰ ਸੀ ਉਹ ਦਿੱਤਾ ਹੈ। ਕਰਿਓ ਪੜਾਵਨ ਮਤਲਬ ਜਾਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਪਰਵਾਨੇ ਨੂੰ ਆਪਣੇ ਸਿੱਖਾਂ ਦੇ ਕੋਲੋਂ ਪੜਵਾਇਆ ਹੈ ਤੇ ਫਿਰ ਉਸ ਦੇ ਵਿੱਚ ਕੀ ਲਿਖਿਆ ਹੈ ਇਹ ਮਤਲਬ ਜਾਣਿਆ ਹੈ। ਲਿਖਿਓ ਤਾਹੇ ਮਹਿ ਆਵਨ ਕੀਜੈ। ਉਸ ਪੱਤਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਸੀਂ ਦਿੱਲੀ ਆਉਣਾ ਕਰੋ। ਮਿਹਰਬਾਨ ਹੋ ਦਰਸ਼ਨ ਦੀਜੈ। ਤੇ ਸਾਡੇ ਤੇ ਮਿਹਰਬਾਨ ਹੋ ਕਰਕੇ ਕਿਰਪਾ ਕਰਕੇ ਆ ਕਰਕੇ ਦਰਸ਼ਨ ਦੇਵੋ। ਲੋਕਨ ਤੇ ਜਸ ਸੁਨਿਓ ਤੁਹਾਰਾ। ਔਰੰਗਜ਼ੇਬ ਨੇ ਉਸ ਵਿੱਚ ਲਿਖਿਆ ਹੈ ਕਿ ਮੈਂ ਹੋਰ ਲੋਕਾਂ ਤੋਂ ਆਪ ਜੀ ਦਾ ਜਸ ਵਡਿਆਈ ਉਪਮਾ ਮਹਿਮਾ ਬਹੁਤ ਜ਼ਿਆਦਾ ਸੁਣੀ ਹੈ। ਜਾਂ ਤੇ ਮਿਲਬੋ ਨੀਕ ਵਿਚਾਰਾ। ਇਸ ਕਰਕੇ ਜੋ ਮਿਲਣ ਦਾ ਚੰਗਾ ਵਿਚਾਰ ਮੈਂ ਕੀਤਾ ਹੈ। ਸੋਨ ਸਤਿਗੁਰ ਕਾਗਤ ਲਿਖਵਾਏ। ਉਹ ਸਾਰੀ ਪੱਤਰਕਾ ਨੂੰ ਸੁਣ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਵੀ ਪੱਤਰ ਲਿਖਾਉਣਾ ਕੀਤਾ ਹੈ। ਜੇ ਮਿਲਬੇ ਲਾਲਸ ਉਪਜਾਏ। ਕਹਿੰਦੇ ਹਨ ਕਿ ਜੇ ਮਿਲਣ ਦੀ ਆਸਾ ਤੂੰ ਆਪਣੇ ਹਿਰਦੇ ਵਿੱਚ ਪ੍ਰਗਟ ਕੀਤੀ ਹੈ ਤੋ ਹਮ ਆਵਹਿ ਦਿੱਲੀ ਪੁਰ ਕੋ। ਤਾਂ ਫਿਰ ਅਸੀਂ ਚੱਲ ਕਰਕੇ ਦਿੱਲੀ ਨਗਰ ਵੱਲ ਨੂੰ ਆਵਾਂਗੇ। ਮਿਲ ਕਰ ਕਰੋ ਮਨੋਰਥ ਉਰ ਕੋ। ਤੇ ਸਾਨੂੰ ਮਿਲ ਕਰਕੇ ਜੋ ਵੀ ਤੇਰੇ ਮਨ ਦਾ ਹਿਰਦੇ ਦਾ ਮਨੋਰਥ ਹੈ ਉਸ ਨੂੰ ਪੂਰਾ ਕਰ ਲਵੀਂ। ਪੂਰਬ ਗੁਰ ਘਰ ਕੋ ਬਲ ਸੁਣ ਕੇ। ਪਹਿਲਾ ਗੁਰੂ ਘਰ ਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਦਾ ਬਲ ਸੁਣ ਕਰਕੇ ਰਾਮ ਰਾਏ ਬੁਲਵਾਏ ਗੁਣ ਕੈ। ਤੇ ਵਿਚਾਰ ਕਰਕੇ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਤਖਤ ਵਿਖੇ ਬੁਲਾਇਆ ਹੈ ਔਰੰਗਜ਼ੇਬ ਨੇ। ਸ੍ਰੀ ਹਰਿ ਕ੍ਰਿਸ਼ਨ ਬਾਹਰ ਬੁਲਵਾਏ। ਫਿਰ ਸ਼੍ਰੋਮਣੀ ਸਤਿਗੁਰੂ 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬੁਲਾਇਆ ਹੈ। ਅਬ ਤੈਂ ਹਮਰੇ ਨਿਕਟ ਪਠਾਏ। ਤੇ ਹੁਣ हे ਔਰੰਗਜ਼ੇਬ ਇਹ ਦੋ ਜਿਹੜੇ ਦੂਤ ਹਨ ਇਹ ਸਾਡੇ ਕੋਲ ਭੇਜੇ ਹਨ। ਤਿਨ ਇਹ ਦੀਨ ਕੋ ਲਿਖ ਕਰ ਦਿਓ। ਉਹਨਾਂ ਅਹਿਦੀਆਂ ਨੂੰ ਗੁਰੂ ਮਹਾਰਾਜ ਜੀ ਨੇ ਇਹ ਪੱਤਰ ਲਿਖ ਕਰਕੇ ਦਿੱਤਾ ਹੈ। ਕਰਹਿ ਤਥਾ ਜਿਮ ਚਾਹਤ ਭਇਓ। ਕਹਿਣ ਲੱਗੇ ਕਰਹਿ ਤਥਾ ਅਸੀਂ ਉਸੇ ਤਰੀਕੇ ਨਾਲ ਹੀ ਕਰਾਂਗੇ ਜਿਵੇਂ ਔਰੰਗਜ਼ੇਬ ਚਾਹੁੰਦਾ ਹੈ। ਇਮ ਉੱਤਰ ਲਿਖਵਾਏ ਗੁਸਾਈ। ਇਸ ਤਰੀਕੇ ਨਾਲ ਉੱਤਰ ਗੁਸਾਈ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲਿਖਵਾਇਆ ਹੈ। ਕੇਤਕ ਧਨ ਦੀਨਸ ਤਿਨ ਤਾਈ। ਫਿਰ ਉਹ ਜੋ ਅਹਿਦੀ ਆਏ ਸਨ ਪੱਤਰ ਲੈ ਕਰਕੇ ਉਹਨਾਂ ਨੂੰ ਕੁਝ ਕੁ ਧਨ ਵੀ ਦਿੱਤਾ ਹੈ। ਅਤੇ ਲੋਭ ਤੇ ਲੈ ਨਰਮਾਏ। ਉਹ ਲੋਭ ਦੇ ਮਾਰੇ ਹੋਏ ਧਨ ਲੈ ਕਰਕੇ ਬੜੀ ਨਿਮਰਤਾ ਦੇ ਸਹਿਤ ਹੋਏ ਹਨ। ਗੁਰ ਕੇ ਸਮੁਖ ਨਾ ਕਛੂ ਅਲਾਏ। ਉਹਨਾਂ ਨੇ ਗੁਰੂ ਮਹਾਰਾਜ ਜੀ ਤੋਂ ਧਨ ਲੈ ਕਰਕੇ ਫਿਰ ਕੋਈ ਵੀ ਗੁਰੂ ਮਹਾਰਾਜ ਜੀ ਦੇ ਸਾਹਮਣੇ ਗੱਲ ਨਹੀਂ ਕਰਨਾ ਕੀਤੀ ਹੈ। ਵਿਦਾ ਹੋਏ ਕਰ ਅਹਦੀ ਚਾਲੇ। ਗੁਰੂ ਮਹਾਰਾਜ ਜੀ ਤੋਂ ਵਿਦਾਇਗੀ ਲੈ ਕਰਕੇ ਜੋ ਦਿੱਲੀ ਤੋਂ ਅਹਿਦੀ ਆਏ ਸਨ ਵਾਪਸ ਚੱਲ ਪਏ ਹਨ। ਚੜ ਮੰਚਨ ਪਰ ਪੂਰਬ ਢਾਲੇ। ਜਿੱਦਾਂ ਪਹਿਲਾਂ ਮੰਜੇ ਦੇ ਉੱਪਰ ਸਵਾਰ ਹੋ ਕਰਕੇ ਮਨੁੱਖਾਂ ਦੇ ਸਿਰਾਂ ਦੇ ਉੱਤੇ ਦਿੱਲੀ ਤੋਂ ਆਨੰਦਪੁਰ ਸਾਹਿਬ ਆਏ ਸਨ ਉਸੇ ਹੀ ਤਰ੍ਹਾਂ ਵਾਪਸ ਚੱਲ ਪਏ ਹਨ।
ਸਨੇ ਸਨੇ ਤੈਸੇ ਚੱਲ ਗਏ। ਸਹਿਜੇ ਸਹਿਜੇ ਉਸੇ ਹੀ ਤਰ੍ਹਾਂ ਚੱਲ ਕਰਕੇ ਪਹੁੰਚੇ ਹਨ। ਦਿੱਲੀ ਵਿਖੇ ਪ੍ਰਵੇਸ਼ਤ ਭਏ। ਜਾ ਕਰਕੇ ਦਿੱਲੀ ਸ਼ਹਿਰ ਦੇ ਵਿੱਚ ਇਹਨਾਂ ਨੇ ਪ੍ਰਵੇਸ਼ ਕੀਤਾ ਹੈ। ਨੌਰੰਗ ਨਿਕਟ ਪਹੁੰਚੇ ਜਾਏ। ਜਾ ਕਰਕੇ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਪਹੁੰਚੇ ਹਨ। ਕਾਗਦ ਦਇਓ ਪ੍ਰਸੰਗ ਸੁਨਾਏ। ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜੋ ਚਿੱਠੀ ਪੱਤਰਕਾ ਦਿੱਤੀ ਸੀ ਉਹ ਦੇ ਕਰਕੇ ਸਾਰਾ ਪ੍ਰਸੰਗ ਸੁਣਾਇਆ ਹੈ। ਕਹਿਓ ਗੁਰੂ ਹਮ ਭੀ ਤਹਿ ਆਵੈ। ਕਹਿਓ ਕਹਿੰਦੇ ਹਨ ਔਰੰਗਜ਼ੇਬ ਨੂੰ ਕਿ ਗੁਰੂ ਮਹਾਰਾਜ ਜੀ ਨੇ ਕਿਹਾ ਹੈ ਕਿ ਅਸੀਂ ਵੀ ਚੱਲ ਕਰਕੇ ਦਿੱਲੀ ਆਵਾਂਗੇ। ਕੇਤਕ ਬਾਸਰ ਸਮਾਂ ਬਿਤਾਵੈ। ਪਰ ਕੁਝ ਕੁ ਦਿਨ ਸਮਾਂ ਬਿਤਾ ਕਰਕੇ ਤੇ ਅਸੀਂ ਆਪ ਹੀ ਦਿੱਲੀ ਚੱਲ ਕੇ ਆਉਣਾ ਕਰਾਂਗੇ। ਅਬ ਆਇਓ ਚੌਮਾਸਾ ਕਾਲ। ਕਹਿੰਦੇ ਹੁਣ ਜੋ ਚੌਮਾਸਾ 4 ਮਹੀਨੇ ਜੋ ਬਰਸਾਤ ਦਾ ਸਮਾਂ ਗਿਣਿਆ ਜਾਂਦਾ ਹੈ ਉਹ ਬਰਸਾਤ ਦਾ ਸਮਾਂ ਆਇਆ ਹੈ। ਮਗ ਮਹਿ ਪਾਨੀ ਪੰਖ ਵਿਸਾਲ। ਤੇ ਬਰਸਾਤ ਹੋਣ ਦਾ ਕਰਕੇ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਵੀ ਖਲੋਤਾ ਹੈ, ਚਿੱਕੜ ਵੀ ਹੈ। ਸੁਨ ਔਰੰਗ ਤਬ ਤੂਛਨ ਹੋਇਓ। ਇਹ ਸਾਰਾ ਕੁਝ ਸੁਣ ਕਰਕੇ ਔਰੰਗਜ਼ੇਬ ਚੁੱਪ ਕਰ ਗਿਆ ਹੈ। ਆਵਹਿ ਆਪ ਵਿਚਾਰਤ ਜੋਇਓ। ਮਨ ਵਿੱਚ ਵਿਚਾਰ ਕਰਦਾ ਹੈ ਕਿ ਗੁਰੂ ਮਹਾਰਾਜ ਜੀ ਆਪ ਹੀ ਆਉਣਗੇ। ਇਤ ਸਤਿਗੁਰ ਨਿਜ ਤਿਆਰੀ ਕੀਨ। ਇਧਰ ਆਨੰਦਪੁਰ ਵਿਖੇ ਸਤਿਗੁਰੂ ਮਹਾਰਾਜ ਜੀ ਨੇ ਸਾਰੀ ਤਿਆਰੀ ਕਰਵਾਈ ਹੈ। ਬਸਨ ਆਨੰਦਪੁਰ ਕੋ ਤਜ ਦੀਨ। ਫਿਰ ਆਨੰਦਪੁਰ ਦੇ ਰਹਿਣਾ ਗੁਰੂ ਮਹਾਰਾਜ ਜੀ ਨੇ ਛੱਡ ਦਿੱਤਾ ਹੈ। ਅਲਪਦਾਸ ਆਪਣੇ ਸੰਗ ਲੀਨ। ਥੋੜੇ ਹੀ ਜਿੰਨੇ ਜੋ ਸਿੱਖ ਆਪਣੇ ਦਾਸ ਸਨ, ਸੇਵਕ ਸਨ, ਥੋੜੀ ਗਿਣਤੀ ਦੇ ਵਿੱਚ ਆਪਣੇ ਨਾਲ ਲਏ ਹਨ। ਕਾਰਨ ਕਰਨ ਵਿਸਾਲ ਪ੍ਰਬੀਨ। ਜੋ ਪ੍ਰਬੀਨ ਅੰਤਰਜਾਮੀ ਸਤਿਗੁਰੂ ਮਹਾਰਾਜ ਜੀ ਸਭ ਕੁਝ ਕਰਨ ਵਾਲੇ ਅਤੇ ਕਰਾਉਣ ਵਾਲੇ ਹਨ। ਮਾਸ ਅਸਾੜ ਵਿਖੇ ਪ੍ਰਸਥਾਨੇ। ਫਿਰ ਅਸਾੜ ਦੇ ਮਹੀਨੇ ਗੁਰੂ ਮਹਾਰਾਜ ਜੀ ਆਨੰਦਪੁਰ ਸਾਹਿਬ ਤੋਂ ਤੁਰ ਪਏ ਹਨ। ਸਿੱਖ ਮਸੰਦ ਹੋਏ ਵਿਦਾ ਪਿਆਨੇ। ਫਿਰ ਸਿੱਖ ਤੇ ਜੋ ਮਸੰਦ ਸਨ ਉਹ ਗੁਰੂ ਮਹਾਰਾਜ ਜੀ ਤੋਂ ਵਿਦਾਇਗੀ ਲੈ ਕਰਕੇ ਚੱਲ ਗਏ ਹਨ। ਨਿਜ ਨਿਜ ਦੇਸ਼ਨ ਕੋ ਚੱਲ ਗਏ। ਥੋੜੇ ਹੀ ਸਿੱਖ ਸੇਵਕ ਮਹਾਰਾਜ ਜੀ ਨੇ ਆਪਣੇ ਨਾਲ ਲਏ ਹਨ। ਬਾਕੀ ਜਿੰਨੇ ਵੀ ਮਸੰਦ ਤੇ ਸੇਵਕ ਸਨ ਉਹ ਆਪੋ ਆਪਣੇ ਘਰਾਂ ਨੂੰ ਚੱਲ ਗਏ ਹਨ। ਸਤਿਗੁਰ ਸ਼ੀਲ ਸਰਾਹਤ ਭਏ। ਸਤਿਗੁਰੂ ਮਹਾਰਾਜ ਜੀ ਦਾ ਸੀਤਲਤਾਈ ਵਾਲਾ ਠੰਡਾ ਸੁਭਾਅ ਜਿਹੜਾ ਹੈ ਉਸ ਨੂੰ ਬੜਾ ਸਲਾਉਂਦੇ ਹਨ। ਸ਼੍ਰੀ ਪ੍ਰਭ ਪੂਰਬ ਕੋ ਮੁਖ ਕਰੇ। ਸ਼੍ਰੋਮਣੀ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪੂਰਬ ਦੀ ਦਿਸ਼ਾ ਵੱਲ ਨੂੰ ਆਪਣਾ ਮੂੰਹ ਕਰਕੇ ਮੁਖ ਕਰਕੇ ਨਿਤ ਪ੍ਰਤ ਮੱਜਲ ਅਲਪ ਹੀ ਥਿਰੇ। ਨਿਤਾ ਪ੍ਰਤੀ ਹਰ ਰੋਜ਼ ਅੱਗੇ ਤੋਂ ਅੱਗੇ ਮੰਜ਼ਲ ਚਾਲੇ ਪਾਉਂਦੇ ਹਨ। ਥੋੜਾ ਹੀ ਸਮਾਂ ਰਸਤੇ ਦੇ ਵਿੱਚ ਕਿਤੇ ਟਿਕਦੇ ਹਨ। ਬਸ ਹੈ ਨਹੀਂ ਤਬ ਪੁਰ ਪਟਿਆਰਾ। ਉਸ ਸਮੇਂ ਕਹਿੰਦੇ ਜੋ ਪਟਿਆਲਾ ਸ਼ਹਿਰ ਹੈ ਇਹ ਅਜੇ ਵਸਿਆ ਨਹੀਂ ਹੈ। ਇਤ ਕੋ ਆਏ ਗੁਰੂ ਉਦਾਰਾ। ਸ੍ਰੇਸ਼ਟ ਸਤਿਗੁਰੂ ਮਹਾਰਾਜ ਜੀ ਇਧਰ ਦੀ ਦਿਸ਼ਾ ਨੂੰ ਆਏ ਹਨ ਜਿੱਧਰ ਹੁਣ ਪਟਿਆਲਾ ਸ਼ਹਿਰ ਵਸਿਆ ਹੋਇਆ ਹੈ। ਸੈਫਦੀਨ ਇੱਕ ਤੁਰਕ ਭਲੇਰਾ। ਇੱਕ ਸੈਫਦੀਨ ਨਾਮ ਦਾ ਤੁਰਕ ਹੈ, ਬਹੁਤ ਹੀ ਚੰਗੇ ਸ੍ਰੇਸ਼ਟ ਸੁਭਾਅ ਵਾਲਾ। ਨਿਜਪੁਰ ਕੋ ਬਸਾਏ ਤਿਸ ਡੇਰਾ। ਉਸ ਨੇ ਆਪਣਾ ਇੱਕ ਨਗਰ ਵਸਾਇਆ ਹੋਇਆ ਹੈ ਉਸ ਸਮੇਂ। ਸੈਫਾਬਾਦ ਨਾਮ ਤਿਸ ਰਾਖਾ। ਉਸ ਨਾਮ ਆਪਣੇ ਨਾਮ ਦੇ ਉੱਤੇ ਉਸ ਨਗਰ ਦਾ ਨਾਮ ਉਸਨੇ ਸੈਫਾਬਾਦ ਰੱਖਿਆ ਹੋਇਆ ਹੈ। ਗੁਰ ਜਸ ਸੁਨਤ ਦਰਸ ਕੋ ਕਾਂਖਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਸ ਵਡਿਆਈ ਸੁਣ ਕਰਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਦੀ ਮਨ ਵਿੱਚ ਇੱਛਾ ਕਰਦਾ ਹੈ। ਚਿਤਵਤ ਰਹਿਤ ਜਾਓ ਤਿਨ ਪਾਸ। ਮਨ ਦੇ ਵਿੱਚ ਚਿਤਵਦਾ ਰਹਿੰਦਾ ਹੈ, ਸੋਚਦਾ ਰਹਿੰਦਾ, ਵਿਚਾਰਾਂ ਕਰਦਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਸ ਮੈਂ ਦਰਸ਼ਨ ਕਰਨ ਜਾਣਾ ਹੈ। ਸੁਨਹੁ ਤਿਨਹੁ ਕੇ ਬਾਕ ਬਿਲਾਸ। ਤੇ ਮਹਾਰਾਜ ਜੀ ਦੇ ਕੋਲ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸੋਂ
ਬਚਨ ਬਲਾਸ ਸੁਣਨੇ ਕਰਾ। ਅਟਕਿਓ ਰਹਿਤ ਕਾਜ ਕਰਕੇ ਰੇ। ਪਰ ਸਲਾਹਾਂ ਹੀ ਕਰਦਾ ਰਹਿੰਦਾ ਹੈ, ਘਰ ਦੇ ਕੰਮਾਂ ਕਾਰਾਂ ਦਾ ਕਰਕੇ ਅਟਕਿਆ ਰਹਿੰਦਾ ਹੈ, ਦਰਸ਼ਨ ਕਰਨ ਜਾਇਆ ਨਹੀਂ ਗਿਆ ਇਸ ਤੋਂ। ਮਹਿ ਅਵਕਾਸ਼ ਲਹਿਓ ਕਿਸ ਬੇਰੇ। ਕਿਸੇ ਵੀ ਸਮੇਂ ਇਹਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਮੌਕਾ ਨਹੀਂ ਪਾਇਆ, ਸਮਾਂ ਨਹੀਂ ਪਾਇਆ ਹੈ। ਤਉ ਹਿਰਦੇ ਮਹਿ ਪਿਆਸ ਬਡੇਰੀ। ਤਾਂ ਵੀ ਇਸ ਦੇ ਹਿਰਦੇ ਵਿੱਚ ਨਾਵੇਂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਦੀ ਬਹੁਤੀ ਜ਼ਿਆਦੀ ਪਿਆਸ ਲੱਗੀ ਹੋਈ ਹੈ। ਮਿਲ ਹੈ ਗੁਰੂ ਕੋ ਚਾਲ ਕਿਸ ਬੇਰੀ। ਕਿ ਮਿਲ ਹੈ ਗੁਰੂ ਕੋ ਚੱਲ ਕਿਸ ਬੇਰੀ। ਕਿਸੇ ਸਮੇਂ ਜਾ ਕਰਕੇ ਚੱਲ ਕਰਕੇ ਗੁਰੂ ਮਹਾਰਾਜ ਜੀ ਨੂੰ ਮਿਲਣਾ ਕਰਾ, ਦਰਸ਼ਨ ਕਰਨੇ ਕਰਾ। ਅੰਤਰਜਾਮੀ ਸਤਿਗੁਰ ਜਾਨੀ। ਅੰਤਰਜਾਮੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਦੇ ਮਨ ਦੀ ਅਵਸਥਾ ਜਾਣੀ ਹੈ। ਦਰਸ਼ਨ ਕੋ ਚਾਹਤ ਹਿਤ ਠਾਨੀ। ਕਿ ਇਹ ਸਾਡੇ ਦਰਸ਼ਨਾਂ ਨੂੰ ਚਾਹੁੰਦਾ ਹੈ ਬੜੇ ਪਿਆਰ ਦੇ ਨਾਲ। ਉਤਰੇ ਤਹਾਂ ਜਾਏ ਪੁਰ ਨੇਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਇਸ ਨੇ ਜੋ ਨਗਰ ਵਸਾਇਆ ਹੋਇਆ ਸੀ ਉਸ ਦੇ ਪਾਸ ਜਾ ਕਰਕੇ ਉਤਰੇ ਹਨ। ਸਕਲ ਆਏ ਲਾਗਿਓ ਤਬ ਡੇਰੇ। ਤੇ ਜੋ ਮਹਾਰਾਜ ਜੀ ਦੇ ਨਾਲ ਸਿੱਖ ਸਨ ਉਹਨਾਂ ਸਾਰਿਆਂ ਨੇ ਆ ਕਰਕੇ ਉੱਥੇ ਡੇਰਾ ਕੀਤਾ ਹੈ। ਸੈਤ ਦੀਨ ਟਿਗ ਕਿਨਹੋ ਬਖਾਨਾ। ਕਿਸੇ ਨੇ ਜਾ ਕਰਕੇ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਣੇ ਨਗਰ ਦੇ ਬਾਹਰ-ਬਾਹਰ ਆਏ ਹੋਏ ਹਨ। ਕਿਸੇ ਮਨੁੱਖ ਨੇ ਜਾ ਕਰਕੇ ਸੈਫਦੀਨ ਨੂੰ ਜਾ ਕਰਕੇ ਸੁਣਾ ਦਿੱਤਾ ਹੈ, ਦੱਸਿਆ ਹੈ। ਉਤਰਿਓ ਆਏ ਨਹੀਂ ਕੋ ਜਾਨਾ। ਕਹਿਣ ਲੱਗੇ ਕਿ ਉਤਰਿਓ ਆਏ, ਕੋਈ ਉਤਰਿਆ ਹੈ ਆ ਕਰਕੇ ਕਿਸੇ ਨੇ ਡੇਰਾ ਲਾਇਆ ਹੈ ਤੇ ਨਹੀਂ ਕੋ ਜਾਣਾ, ਕੋਈ ਜਾਣਦਾ ਨਹੀਂ ਹੈ ਕਿ ਕੌਣ ਆਇਆ ਹੈ। ਸੁਧ ਹਿਤ ਸੁਨ ਕੇ ਮਨੁਜ ਪਠਾਇਓ। ਤੇ ਧੰਨ ਮਹਾਰਾਜ ਜੀ ਦੀ ਆਇਆ ਹੋਇਆਂ ਦੀ ਖਬਰ ਨੂੰ ਸੁਣ ਕਰਕੇ ਇਸ ਨੇ ਆਪਣੇ ਕੁਝ ਮਨੁੱਖ ਭੇਜੇ ਹਨ। ਬੂਝ ਗਇਓ ਤਿਨ ਜਾਏ ਬਤਾਇਓ। ਫਿਰ ਬੂਝ ਗਇਓ ਉਹ ਪੁੱਛ ਕਰਕੇ ਸਿੱਖਾਂ ਦੇ ਕੋਲੋਂ ਤੇ ਉਹਨਾਂ ਨੇ ਫਿਰ ਸੈਫਦੀਨ ਜਾ ਕਰਕੇ ਦੱਸਿਆ ਹੈ। ਜਿਸ ਕੇ ਸੰਗ ਮਿਲਣ ਤੁਮ ਚਾਹੋ। ਕਿ ਜਿਨ੍ਹਾਂ ਦੇ ਨਾਲ ਸੈਫਦੀਨ ਤੂੰ ਮਿਲਣਾ ਚਾਹੁੰਦਾ ਹੈ। ਔਚਕ ਸੋ ਪਹੁੰਚੇ ਅਬ ਪਾਹੋ। ਅਚਾਨਕ ਹੀ ਉਹ ਆ ਕਰਕੇ ਆਪਣੇ ਨਗਰ ਵਿੱਚ ਪਹੁੰਚੇ ਹਨ। ਅਬ ਪਾਹੋ, ਤੂੰ ਹੁਣ ਉਹਨਾਂ ਨੂੰ ਪਾ ਲੈਣਾ ਕਰ, ਦਰਸ਼ਨ ਕਰ ਲੈਣੇ ਕਰ। ਸ੍ਰੀ ਗੁਰ ਤੇਗ ਬਹਾਦਰ ਹੈ। ਕਹਿਣ ਲੱਗੇ ਸ਼੍ਰੋਮਣੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹਨ। ਸੰਗੀ ਨਰ ਬੂਝੇ ਸੋ ਕਹੈ। ਉਹਨਾਂ ਦੇ ਨਾਲ ਜੋ ਸਿੱਖ ਹਨ ਉਹਨਾਂ ਤੋਂ ਅਸੀਂ ਜਾ ਕਰਕੇ ਪੁੱਛਿਆ ਹੈ, ਉਹ ਅਸੀਂ ਤੈਨੂੰ ਕਹਿ ਰਹੇ ਹਾਂ। ਸੈਫ ਦੀਨ ਸੁਨ ਕਰ ਹਰਕਾਇਓ। ਜੋ ਸਿੱਖਾਂ ਨੇ ਕਿਹਾ ਹੈ ਉਹ ਸੁਣ ਕਰਕੇ ਸੈਫਦੀਨ ਫਿਰ ਬੜਾ ਖੁਸ਼ ਹੋਇਆ ਹੈ, ਆਨੰਦ ਦੇ ਸਹਿਤ ਹੋਇਆ ਹੈ। ਤਤਸ਼ਿਨ ਆਪ ਮਿਲਨ ਕੋ ਆਇਓ। ਤੇ ਜਦੋਂ ਇਹਨੂੰ ਪਤਾ ਲੱਗਾ ਹੈ ਕਿ ਨਾਵੇਂ ਪਾਤਸ਼ਾਹ ਮੇਰੇ ਨਗਰ ਦੇ ਬਾਹਰ-ਬਾਹਰ ਆਏ ਹੋਏ ਹਨ, ਛੇਤੀ ਦੇ ਨਾਲ ਸਾਹਿਬ ਮਹਾਰਾਜ ਜੀ ਨੂੰ ਮਿਲਣ ਵਾਸਤੇ ਆਇਆ ਹੈ। ਕਿਤਕ ਅਸ਼ਰਫੀ ਆਗੇ ਧਰਕੇ। ਆ ਕਰਕੇ ਕੁਝ ਕੁ ਸੋਨੇ ਦੀਆਂ ਮੋਹਰਾਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰੱਖ ਕਰਕੇ ਬੰਦੇ ਪਦ ਨਮਰੀ ਸਿਰ ਕਰਕੇ। ਇਸ ਨੇ ਨੀਵਾ ਸਿਰ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਹੈ। ਕਹਿਤ ਭਇਓ ਮੁਝ ਕਰਿਓ ਨਿਹਾਲ। ਮਹਾਰਾਜ ਜੀ ਦੇ ਅੱਗੇ ਬੇਨਤੀਆਂ ਕਰਦਾ ਹੈ ਕਿ ਹੇ ਸਤਿਗੁਰੂ ਜੀ ਤੁਸੀਂ ਮੈਨੂੰ ਨਿਹਾਲ ਕੀਤਾ ਹੈ ਦਰਸ਼ਨ ਦੇ ਕਰਕੇ। ਦਰਸ਼ਨ ਦੀਨਸ ਆਨ ਕਿਰਪਾਲ। ਹੇ ਕਿਰਪਾਲੂ ਸਤਿਗੁਰੂ ਮਹਾਰਾਜ ਜੀ ਤੁਸੀਂ ਆਪ ਮੇਰੇ ਨਗਰ ਵਿੱਚ ਆ ਕਰਕੇ ਮੈਨੂੰ ਦਰਸ਼ਨ ਦਿੱਤੇ ਹਨ। ਅਬ ਪਹੁੰਚਿਓ ਹੈ ਆਨ ਚੁਮਾਸਾ। ਕਹਿਣ ਲੱਗਾ ਹੈ ਸਤਿਗੁਰੂ ਜੀ ਹੁਣ ਬਰਸਾਤਾਂ ਦਾ ਜੋ ਸਮਾਂ ਹੈ ਉਹ ਆਇਆ ਹੈ। ਬਨੋ ਕਿਰਤਾਰਥ ਕੀਜਹਿ ਵਾਸਾ। ਤੇ ਤੁਸੀਂ ਹੁਣ ਇਸ ਬਰਸਾਤਾਂ ਦੇ ਸਮੇਂ ਵਿੱਚ ਇੱਥੇ ਮੇਰੇ ਨਗਰ ਵਿੱਚ ਵਸਣਾ ਕਰੋ ਤੇ ਮੈਨੂੰ ਨਿਹਾਲ ਕਰਨਾ ਕਰੋ। ਇਨ ਕਹਿ ਪਗ ਪੰਕਜ ਗਹਿ ਹਾਥ। ਇਸ ਤਰੀਕੇ ਨਾਲ ਕਹਿ ਕਰਕੇ
ਤੇ ਆਪਣੇ ਹੱਥਾਂ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਨੂੰ ਇਸ ਨੇ ਫੜਿਆ ਹੈ। ਕਰਤ ਪਲੋਸਨ ਪ੍ਰੀਤੀ ਸਾਥ, ਬੜੀ ਪ੍ਰੀਤੀ ਦੇ ਨਾਲ, ਬੜੇ ਪ੍ਰੇਮ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨ ਘੁੱਟਦਾ ਹੈ। ਕੋਨ ਮੁਖ ਚਖ ਪਰ ਫੇਰਨ ਕਰੈ, ਫਿਰ ਪਹਿਲਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਹੱਥ ਲਾ ਕਰਕੇ ਫਿਰ ਆਪਣੇ ਮੂੰਹ ਨੂੰ ਅਤੇ ਆਪਣੀਆਂ ਅੱਖਾਂ ਨੂੰ ਲਾਉਂਦਾ ਹੈ, ਆਪਣੇ ਚਿਹਰੇ ਉੱਤੇ ਹੱਥ ਫੇਰਦਾ ਹੈ। ਮੈਂ ਨਿਹਾਲ ਭਾਇਮ ਉਰ ਧਰੈ, ਇਸ ਤਰ੍ਹਾਂ ਮਨ ਦੇ ਵਿੱਚ ਧਾਰਦਾ ਹੈ ਕਿ ਮੈਂ ਹੁਣ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਹਾਂ। ਹੇਰ ਪ੍ਰੇਮ ਕੋ ਬਹੁਤ ਕਿਰਪਾਲ, ਫਿਰ ਇਸ ਦੇ ਪ੍ਰੇਮ ਨੂੰ ਵੇਖ ਕਰਕੇ, ਸ਼ਰਧਾ ਨੂੰ ਵੇਖ ਕਰਕੇ ਧੰਨ ਸਤਿਗੁਰੂ ਮਹਾਰਾਜ ਜੀ ਬਾਕ ਬਖਾਨਿਓ ਗੁਰ ਤਿਸ ਕਾਲ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਦੀ ਸ਼ਰਧਾ ਨੂੰ ਵੇਖ ਕਰਕੇ ਬਚਨ ਕਹੇ ਹਨ। ਜੇ ਉਰ ਸਰਦਾ ਏਵ ਤੁਮਾਰੇ, ਕਹਿਣ ਲੱਗੇ ਹੈ ਸੈਫਦੀਨ, ਜੇ ਤੇਰੇ ਹਿਰਦੇ ਵਿੱਚ ਇਸ ਤਰ੍ਹਾਂ ਦੀ ਸ਼ਰਧਾ ਹੈ, ਪ੍ਰੇਮ ਭਾਵਨਾ ਹੈ, ਕਰਹਿ ਬਾਸ ਚਹੁ ਮਾਸ ਸੁਖਾਰੇ, ਫਿਰ ਅਸੀਂ ਤੇਰੇ ਕੋਲ ਰਹਿ ਕਰਕੇ ਤੇਰੇ ਨਗਰ ਦੇ ਵਿੱਚ 4 ਮਹੀਨੇ ਸੁੱਖਾਂ ਦੇ ਸਹਿਤ ਵਸਣਾ ਕਰਾਂਗੇ। ਚਹਿ ਸ਼ਾਹ ਟਿਗ ਕਰਨ ਪਿਆਨਾ, ਅਸੀਂ ਤਾਂ ਸ਼ਾਹ ਜੋ ਔਰੰਗਜ਼ੇਬ ਹੈ ਦਿੱਲੀ ਦਾ ਬਾਦਸ਼ਾਹ, ਉਹਦੇ ਕੋਲ ਜਾ ਰਹੇ ਹਾਂ। ਬਰਖਾ ਹਟੇ ਜਾਹੇ ਤਿਸ ਥਾਨਾ, ਤੇ ਜਦੋਂ ਇਹ ਬਰਸਾਤ ਹਟ